Hello students, I am Harvinder Singh Mande. Today we are going to do chapter number 1 of Hornbill, The Portrait of a Lady. This chapter has been written by Khushwant Singh. So, portrait means painting or drawing. So, in this chapter, Khushwant Singh is going to tell us about a lady who is his grandmother. So, let's start. My grandmother, like everybody's grandmother, was an old woman. She had been old and wrinkled for the 20 years that I had known her. ਖੁਸ਼ਵੰਤ ਸਿੰਘ ਸਾਨੂੰ ਦੱਸ ਰਹੇ ਹਨ ਕਿ ਉਹਨਾਂ ਦੇ ਗ੍ਰੈਂਡਮਦਰ ਵੀ ਦੂਸਰਿਆਂ ਦੀ ਗ੍ਰੈਂਡਮਦਰ ਦੀ ਤਰ੍ਹਾਂ ਹੀ ਦਿਖਦੇ ਹਨ ਤੇ ਪਿਛਲੇ 20 ਸਾਲਾਂ ਤੋਂ ਜਦੋਂ ਤੋਂ ਖੁਸ਼ਵੰਤ ਸਿੰਘ ਆਪਣੇ ਗ੍ਰੈਂਡਮਦਰ ਨੂੰ ਜਾਣਦਾ ਹੈ ਉਦੋਂ ਤੋਂ ਉਹਨਾਂ ਦੇ ਫੇਸ ਦੇ ਉੱਪਰ ਝੁਰੜੀਆਂ ਤੇ ਉਹ ਬਜ਼ੁਰਗ People said that she had once been young and pretty and had even had a husband, but that was hard to believe. ਲੋਕ ਦੱਸਦੇ ਹਨ ਕਿ ਖੁਸ਼ਵੰਤ ਸਿੰਘ ਦੇ ਗ੍ਰੈਂਡਮਦਰ ਵੀ ਪਹਿਲਾਂ ਖੂਬਸੂਰਤ ਤੇ ਜਵਾਨ ਹੁੰਦੇ ਸਨ ਤੇ ਉਹਨਾਂ ਦਾ ਵੀ ਇੱਕ ਹਸਬੈਂਡ ਸੀ ਬਟ ਖੁਸ਼ਵੰਤ ਸਿੰਘ ਲਈ ਇਸ ਉੱਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ My grandfather's portrait hung above the mantelpiece in the drawing room. Mantelpiece means here place above fireplace. So, ਖੁਸ਼ਵੰਤ ਸਿੰਘ ਸਾਨੂੰ ਦੱਸਦੇ ਹਨ ਕਿ ਉਹਨਾਂ ਦੇ ਦਾਦਾ ਜੀ ਦੀ ਤਸਵੀਰ ਚਿਮਣੀ ਦੇ ਉੱਪਰ ਪਈ ਸੈਲਫ ਤੇ ਹੈ He wore a big turban and loose fitting cloth. ਤੇ ਉਹਦੇ ਦਾਦਾ ਜੀ ਪੱਗ ਬੰਨ੍ਹਦੇ ਸਨ ਤੇ ਲੂਜ਼ ਫਿਟਿੰਗ ਕਲੋਥਸ ਪਹਿਨਦੇ ਸਨ His long white beard covered the best part of his chest and he looked at least 100 years old. So ਖੁਸ਼ਵੰਤ ਸਿੰਘ ਦੱਸਦੇ ਹਨ ਉਹਨਾਂ ਦੇ ਦਾਦਾ ਜੀ ਦੀ ਦਾੜੀ ਉਹਨਾਂ ਦੇ ਚੈਸਟ ਦਾ ਫਰੰਟ ਪਾਰਟ ਕਾਫੀ ਕਵਰ ਕਰਦੇ ਸੀ ਐਂਡ ਉਹ ਵੀ 100 ਸਾਲ ਦੇ ਬਜ਼ੁਰਗ ਦੀ ਤਰ੍ਹਾਂ ਹੀ ਦਿਖਦੇ ਸਨ He didn't look the sort of person who would have a wife or children. He looked as if he could only have lots and lots of grandchildren. ਖੁਸ਼ਵੰਤ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਗ੍ਰੈਂਡਫਾਦਰ ਐਦਾਂ ਨਹੀਂ ਲੱਗਦੇ ਕਿ ਉਹਨਾਂ ਦੇ ਬੱਚੇ ਜਾਂ ਉਹਨਾਂ ਦੀ ਵੀ ਕੋਈ ਪਤਨੀ ਹੋਵੇਗੀ ਉਹ ਐਦਾਂ ਦਿਖਦੇ ਹਨ ਜਿੱਦਾਂ ਕਿ ਉਹਨਾਂ ਦੇ ਪੋਤੇ ਜਾਂ ਪੋਤੀਆਂ ਹੀ ਹੋਣਗੇ As for my grandmother being young and pretty, the thought was almost revolting. Revolting means disgusting. So, as the people are saying to ਖੁਸ਼ਵੰਤ ਸਿੰਘ ਜਿੱਦਾਂ ਕਿ ਖੁਸ਼ਵੰਤ ਸਿੰਘ ਨੂੰ ਲੋਕ ਦੱਸਦੇ ਹਨ ਕਿ ਉਹਦੇ ਗ੍ਰੈਂਡਮਦਰ ਵੀ ਖੂਬਸੂਰਤ ਤੇ ਜਵਾਨ ਸਨ ਪਰ ਖੁਸ਼ਵੰਤ ਸਿੰਘ ਲਈ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ She often told us of the games she used to play as a child. That seemed quite absurd and undignified on her part, and we treated it like the pebbles of the props she used to tell us. Absurd means ridiculous, mean to be laugh. ਜਿਸਨੂੰ ਸੁਣ ਕੇ ਸਾਨੂੰ ਹਾਸੀ ਆਵੇ Fables means old stories, ਪੁਰਾਣੀਆਂ ਕਹਾਣੀਆਂ and props means a person ਜੋ ਸਾਨੂੰ ਪਰਮਾਤਮਾ ਦੇ ਬਾਰੇ ਦੱਸਦਾ ਹੈ ਸੋ ਖੁਸ਼ਵੰਤ ਸਿੰਘ ਸਾਨੂੰ ਦੱਸਦਾ ਹੈ ਕਿ ਉਹਦੇ ਗ੍ਰੈਂਡਮਦਰ ਉਹਨੂੰ ਬਚਪਨ 'ਚ ਖੇਡੀਆਂ ਜਾਣ ਵਾਲੀਆਂ ਕਈ ਖੇਲਾਂ ਬਾਰੇ ਦੱਸਦੇ ਸਨ ਤੇ ਜਿਨ੍ਹਾਂ ਨੂੰ ਸੁਣ ਕੇ ਖੁਸ਼ਵੰਤ ਸਿੰਘ ਨੂੰ ਲੱਗਦਾ ਸੀ ਜਿੱਦਾਂ ਉਹ ਕੋਈ ਕਹਾਣੀ ਸੁਣ ਰਿਹਾ ਹੋਵੇ She had always been short, fat and slightly bent. Bent means bending downwards. So, ਖੁਸ਼ਵੰਤ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਗ੍ਰੈਂਡਮਦਰ ਛੋਟੇ ਜਿਹੇ ਕੱਦ ਦੇ ਭਾਰੀ ਤੇ ਉਹਨਾਂ ਦੇ ਥੋੜਾ ਜਿਹਾ ਕੁੱਬ ਪੈਂਦਾ ਸੀ Her face was a crisscross of wrinkles running from everywhere to everywhere. ਤੇ ਉਹਨਾਂ ਦੇ ਫੇਸ ਉੱਪਰ ਬਹੁਤ ਜ਼ਿਆਦਾ ਝੁਰੜੀਆਂ ਸਨ No, we were certain she had always been as we had known her. So ਖੁਸ਼ਵੰਤ ਸਿੰਘ ਸਾਨੂੰ ਦੱਸਦੇ ਹਨ ਕਿ ਉਹ ਆਪਣੀ ਗ੍ਰੈਂਡਮਦਰ ਨੂੰ ਸ਼ੁਰੂ ਤੋਂ ਹੀ ਬਜ਼ੁਰਗ ਇੱਕ ਬਿਰਧ ਅਵਸਥਾ ਵਿੱਚ ਦੇਖਦਾ ਆਇਆ ਹੈ ਤੇ ਉਹ ਉਸ ਦੇ ਲਈ ਐਦਾਂ ਦੇ ਹੀ ਹਨ Old, so terribly old that she could not have grown older and had stayed at the same age for 20 years. So ਖੁਸ਼ਵੰਤ ਸਿੰਘ ਨੂੰ ਲੱਗਦਾ ਹੈ ਉਹਦੇ ਗ੍ਰੈਂਡਮਦਰ ਬਹੁਤ ਹੀ ਓਲਡ ਹਨ ਤੇ ਉਹ ਇਸ ਤੋਂ ਜ਼ਿਆਦਾ ਬਜ਼ੁਰਗ ਨਹੀਂ ਹੋ ਸਕਦੇ ਤੇ ਉਹ ਪਿਛਲੇ 20 ਸਾਲਾਂ ਤੋਂ ਉਹਨਾਂ ਨੂੰ
ਇਸ ਕੰਡੀਸ਼ਨ ਵਿੱਚ ਹੀ ਦੇਖਦਾ ਆਇਆ ਹੈ। She could never have been pretty, but she was always beautiful. ਖੁਸ਼ਵੰਤ ਸਿੰਘ ਦੇ ਅਕੋਰਡਿੰਗ ਉਹਦੇ ਗ੍ਰੈਂਡਮਦਰ ਪ੍ਰੀਟੀ ਮੀਨਸ ਬਾਹਰੀ ਤੌਰ ਤੇ ਦੇਖਣ 'ਚ ਖੂਬਸੂਰਤ ਭਾਵੇਂ ਨਾ ਵੀ ਹੋਣ, ਪਰ ਉਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਹੈ। She hobbled about the house in spotless white, with one hand resting on her vest to balance her stoop. Hobbled means walked like a lame, and stoop means bent of the body, means ਕੁੱਬ ਪੈ ਜਾਣਾ। ਸੋ ਖੁਸ਼ਵੰਤ ਸਿੰਘ ਸਾਨੂੰ ਦੱਸਦੇ ਹਨ ਕਿ ਉਹਨਾਂ ਦੇ ਗ੍ਰੈਂਡਮਦਰ ਤੇ ਕੱਪੜੇ ਪਾ ਕੇ ਘਰ ਦੇ ਵਿੱਚ ਆਪਣੇ ਲੱਕ ਤੇ ਹੱਥ ਧਰ ਕੇ ਘੁੰਮਦੇ ਰਹਿੰਦੇ ਸਨ। ਐਂਡ ਦੀ ਅਦਰ ਟੈਲਿੰਗ ਦੀ ਬੀਟਸ ਆਫ ਅ ਰੋਜ਼ਰੀ, ਤੇ ਦੂਸਰੇ ਹੱਥ ਵਿੱਚ ਉਹ ਰੋਜ਼ਰੀ ਮੀਨਸ ਮਾਲਾ ਨੂੰ ਫੇਰਦੇ ਰਹਿੰਦੇ ਸਨ। Her silver locks were scattered untidily over her pale, puckered face, and her lips constantly moved in inaudible prayer. Scattered means spread, बिखरे हुए. Untidily in disordered means unorganized. Puckered means wrinkled, ਚੂੜੀਆਂ। ਸੋ ਖੁਸ਼ਵੰਤ ਸਿੰਘ ਸਾਨੂੰ ਦੱਸਦੇ ਹਨ ਕਿ ਉਹਨਾਂ ਦੇ ਗ੍ਰੈਂਡਮਦਰ ਦੇ ਸਿਲਵਰ ਲੌਕਸ ਮੀਨਸ ਸਫੈਦ ਬਾਲ ਉਹਨਾਂ ਦੇ ਫੇਸ ਦੇ ਉੱਪਰ ਬਿਖਰੇ ਰਹਿੰਦੇ ਸਨ ਤੇ ਉਹ ਹਮੇਸ਼ਾ ਇਨऑडिबल ਮੀਨਸ ਜੋ ਦੂਸਰਿਆਂ ਨੂੰ ਨਾ ਸੁਣਾਈ ਦੇਵੇ, ਮੀਨਸ ਆਪਣੇ ਮਨ ਦੇ ਵਿੱਚ ਹੀ ਪ੍ਰੇਅਰ ਜਾਂ ਪਾਠ ਕਰਦੇ ਰਹਿੰਦੇ ਸਨ। ਯੈਸ ਸ਼ੀ ਵਾਸ ਬਿਊਟੀਫੁਲ। ਤੇ ਖੁਸ਼ਵੰਤ ਸਿੰਘ ਕਹਿੰਦੇ ਹਾਂ ਅਸਲ ਵਿੱਚ ਉਹ ਖੂਬਸੂਰਤ ਸੀ। She was like the winter landscape in the mountains. Landscape means scenery. And expanse means widespread or pure white, serenity, breathing peace and contentment. Serenity means clear and calm. Contentment means satisfaction. ਸੋ ਖੁਸ਼ਵੰਤ ਸਿੰਘ ਜਦੋਂ ਵੀ ਆਪਣੇ ਦਾਦੀ ਜੀ ਨੂੰ ਦੇਖਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹਦੇ ਦਾਦੀ ਜੀ ਇੱਕ ਉਹ ਪਰਬਤ ਦੀ ਤਰ੍ਹਾਂ ਹੈ ਜਿਹਦੇ ਉੱਪਰ ਜੋ ਬਰਫ਼ ਦੇ ਨਾਲ ਢਕੇ ਹੋਏ ਹਨ ਤੇ ਜਿਸ ਨੂੰ ਦੇਖਣ ਨਾਲ ਸਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਤੇ ਸੈਟੀਸਫੈਕਸ਼ਨ ਮਿਲਦੀ ਹੈ। ਸੋ ਦੈਟਸ ਵਾਈ ਹੀ ਇਜ਼ ਸੇਇੰਗ ਦੈਟ ਹਰ ਗ੍ਰੈਂਡਮਦਰ ਵਾਸ ਬਿਊਟੀਫੁਲ ਬਿਕੋਜ਼ ਸ਼ੀ ਵਾਸ ਵੈਰੀ ਕਾਮ, ਕਲੀਅਰ ਐਂਡ ਗਿਵਸ ਪੀਸ ਟੂ ਅਦਰ। My grandmother and I were good friends. My parents left me with her when they went to live in the city and we were constantly together. So ਖੁਸ਼ਵੰਤ ਸਿੰਘ ਦੱਸਦੇ ਹਨ ਕਿ ਉਹ ਤੇ ਉਹਦੇ ਦਾਦੀ ਜੀ ਬਹੁਤ ਚੰਗੇ ਦੋਸਤ ਸਨ ਤੇ ਜਦੋਂ ਤੋਂ ਉਸਦੇ ਪੇਰੈਂਟਸ ਸ਼ਹਿਰ ਰਹਿਣ ਚਲੇ ਗਏ ਸਨ ਉਸ ਟਾਈਮ ਤੋਂ ਲੈ ਕੇ ਖੁਸ਼ਵੰਤ ਸਿੰਘ ਆਪਣੇ ਦਾਦੀ ਜੀ ਦੇ ਨਾਲ ਹੀ ਰਹਿ ਰਿਹਾ ਸੀ। She used to wake me up in the morning and catch me ready for school. ਤੇ ਉਹਦੇ ਦਾਦੀ ਜੀ ਉਹਨੂੰ ਹਰ ਰੋਜ਼ ਸਵੇਰੇ ਉਠਾਉਂਦੇ ਸਨ ਤੇ ਉਹਨੂੰ ਡਰੈਸ ਅਪ ਕਰਦੇ ਸਨ ਸਕੂਲ ਦੇ ਲਈ। She said her morning prayer in monotonous means unchanging sing song while she bathed and dressed me in the hope that I would listen and get to know it by heart. ਸੋ ਖੁਸ਼ਵੰਤ ਸਿੰਘ ਦੱਸਦੇ ਹਨ ਕਿ ਉਹਦੇ ਗ੍ਰੈਂਡਮਦਰ ਹਮੇਸ਼ਾ ਇੱਕ ਹੀ ਟਿਊਨ ਦੇ ਵਿੱਚ ਜਦੋਂ ਉਸਨੂੰ ਨਹਾਉਂਦੇ ਸਨ ਜਾਂ ਉਸਦੇ ਕੱਪੜੇ ਪਾਉਂਦੇ ਸਨ ਤਾਂ ਪ੍ਰੇਅਰ ਪਾਠ ਕਰਦੇ ਰਹਿੰਦੇ ਸਨ ਇਹ ਇੱਛਾ ਵਿੱਚ ਕਿ ਇਸ ਪਾਠ ਨੂੰ ਸੁਣ ਕੇ ਖੁਸ਼ਵੰਤ ਵੀ ਇਸ ਨੂੰ ਆਪਣੇ ਮਨ ਵਿੱਚ ਵਸਾ ਲਵੇਗਾ ਤੇ ਯਾਦ ਕਰ ਲਵੇਗਾ। I listened because I loved her voice but never bothered to learn it. ਤੇ ਖੁਸ਼ਵੰਤ ਸਿੰਘ ਸਿਰਫ ਸੁਣਦਾ ਸੀ ਨਾ ਕਿ ਯਾਦ ਕਰਦਾ ਸੀ ਕਿਉਂਕਿ ਉਸਨੂੰ ਆਪਣੇ ਗ੍ਰੈਂਡਮਦਰ ਦੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਲੱਗਦੀ ਸੀ। Then she would fetch my wooden slate, which she had already washed and plastered with shallow chalk. ਸੋ ਉਸ ਤੋਂ ਬਾਅਦ ਉਸਦੇ ਗ੍ਰੈਂਡਮਦਰ ਦਾਦੀ ਜੀ ਉਹਦੇ ਵਾਸਤੇ ਇੱਕ ਲੱਕੜ ਦੀ ਸਲੇਟ ਲੈ ਕੇ ਆਉਂਦੇ ਸਨ ਜਿਸ ਨੂੰ ਅਸੀਂ ਫੱਟੀ ਕਹਿੰਦੇ ਆ ਤੇ ਉਹ ਫੱਟੀ ਆਲਰੇਡੀ ਵਾਸ਼ਡ ਹੁੰਦੀ ਸੀ। A tiny earthen ink pot, ਤੇ ਉਹਨਾਂ ਦੇ ਕੋਲ ਇੱਕ ਛੋਟੀ ਜੀ ਅਦਨ ਇੰਕ ਪੋਟ ਮੀਨਸ ਮਿੱਟੀ ਦੀ ਇੱਕ ਛੋਟੀ ਜੀ ਦਵਾਤ ਐਂਡ ਅ ਰੈਡ ਪੈਨ ਤੇ ਇੱਕ ਲਾਲ ਪੈਨ ਹੁੰਦਾ ਸੀ। Tie them all in a bundle and hand it to me. ਤੇ ਉਹਦੇ ਗ੍ਰੈਂਡਮਦਰ ਇਸ ਸਭ ਚੀਜ਼ਾਂ ਨੂੰ ਟਾਈ ਕਰਕੇ ਖੁਸ਼ਵੰਤ ਸਿੰਘ ਨੂੰ ਦੇ ਦਿੰਦੇ ਸਨ। After a breakfast of a thick stale chapatis with a little butter and sugar spread on it, we went to school. ਖੁਸ਼ਵੰਤ ਸਿੰਘ ਦੱਸਦੇ ਹਨ ਕਿ ਸਵੇਰ ਦੇ ਨਾਸ਼ਤੇ ਵਿੱਚ ਉਹ ਰਾਤ ਦੀਆਂ ਬਾਸੀ ਪਈਆਂ
ਰੋਟੀਆਂ ਦੇ ਉੱਪਰ ਘੀ ਲਾ ਕੇ ਤੇ ਚੀਨੀ ਦੇ ਨਾਲ ਖਾ ਲੈਂਦੇ ਸਨ ਤੇ ਉਸ ਤੋਂ ਬਾਅਦ ਸਕੂਲ ਚਲੇ ਜਾਂਦੇ ਸਨ। Stale means not fresh, means ਬਾਸੀ। She carried several stale chapatis with her for the village dog। ਤੇ ਉਸਦੇ ਦਾਦੀ ਜੀ ਕੁਛ ਬਾਸੀ ਰੋਟੀਆਂ ਪਿੰਡ ਦੇ ਅਵਾਰਾ ਕੁੱਤਿਆਂ ਦੇ ਲਈ ਵੀ ਲੈ ਕੇ ਜਾਂਦੇ ਸਨ। My grandmother always went to school with me because the school was attached to the temple। ਸੋ ਖੁਸ਼ਵੰਤ ਸਿੰਘ ਦੇ ਗ੍ਰੈਂਡਮਦਰ ਹਮੇਸ਼ਾ ਉਸ ਦੇ ਨਾਲ ਸਕੂਲ ਜਾਂਦੇ ਸਨ ਕਿਉਂਕਿ ਸਕੂਲ ਦੇ ਨਾਲ ਹੀ ਮੰਦਿਰ ਸੀ। The priest taught us the alphabets and the morning prayer। ਸੋ ਪ੍ਰਿਸਟ ਉਹਨਾਂ ਨੂੰ ਅਲਫਾਬੈਟ ਤੇ ਸਵੇਰ ਦੀ ਪ੍ਰੇਅਰ ਸਿਖਾਉਂਦਾ ਸੀ। While the children sat in rows on either side of veranda singing the alphabet or the prayer in chorus। Chorus means singing in a group। My grandmother sat inside reading the scriptures। Scriptures means holy book। ਸੋ ਖੁਸ਼ਵੰਤ ਸਿੰਘ ਦੱਸਦੇ ਹਨ ਕਿ ਜਦੋਂ ਬੱਚੇ ਆਪਣਾ ਪਾਠ ਯਾਦ ਕਰਦੇ ਸੀ ਬਰਾਂਡੇ ਵਿੱਚ ਬੈਠ ਕੇ ਤਾਂ ਉਸਦੇ ਗ੍ਰੈਂਡਮਦਰ ਧਾਰਮਿਕ ਕਿਤਾਬਾਂ ਪੜ੍ਹਦੇ ਸਨ। When we had both finished ਤੇ ਜਦੋਂ ਅਸੀਂ ਦੋਵੇਂ ਮੈਂ ਤੇ ਮੇਰੇ ਗ੍ਰੈਂਡਮਦਰ ਆਪਣਾ ਕੰਮ ਪੂਰਾ ਕਰਦੇ ਸਨ we would walk back together ਤੇ ਅਸੀਂ ਵਾਪਸ ਘਰ ਆ ਜਾਂਦੇ ਸਨ। This time the village dog would meet us at the temple door। They followed us to a hall growling and fighting with each other for the chapatis we threw to them। ਸੋ ਖੁਸ਼ਵੰਤ ਸਿੰਘ ਦੱਸਦੇ ਹਨ ਘਰ ਨੂੰ ਵਾਪਸੀ ਦੇ ਸਮੇਂ ਉਹ ਜਦੋਂ ਆਪਣੀ ਦਾਦੀ ਜੀ ਨਾਲ ਜਾਂਦੇ ਸਨ ਤਾਂ ਉਹ ਬਾਸੀ ਬਚੀਆਂ ਹੋਈਆਂ ਰੋਟੀਆਂ ਸਟਰੀਟ ਸਟੇ ਡੌਗਸ ਮੀਨਸ ਅਵਾਰਾ ਕੁੱਤਿਆਂ ਨੂੰ ਪਾ ਦਿੰਦੇ ਸਨ ਤੇ ਜੋ ਇਹ ਰੋਟੀਆਂ ਵਾਸਤੇ ਇੱਕ ਦੂਸਰੇ ਦੇ ਨਾਲ ਲੜਦੇ ਸਨ। When my parents were comfortably settled in the city they sent for us। ਤੇ ਖੁਸ਼ਵੰਤ ਸਿੰਘ ਦੱਸਦੇ ਹਨ ਜਦੋਂ ਉਹਦੇ ਪੇਰੈਂਟਸ ਸਿਟੀ ਦੇ ਵਿੱਚ ਸੈਟਲ ਹੋ ਗਏ ਤਾਂ ਉਹਨਾਂ ਨੇ ਉਸਦੇ ਗ੍ਰੈਂਡਮਦਰ ਤੇ ਉਸਨੂੰ ਵੀ ਸ਼ਹਿਰ ਬੁਲਾ ਲਿਆ। That was a turning point in our friendship। ਤੇ ਖੁਸ਼ਵੰਤ ਸਿੰਘ ਦੇ ਅਕੋਰਡਿੰਗ ਇਹ ਉਹਨਾਂ ਦੀ ਫਰੈਂਡਸ਼ਿਪ ਮੀਨਸ ਉਹਦੇ ਦਾਦੀ ਤੇ ਉਹਦੇ ਦੋਸਤੀ ਦੇ ਵਿਚਕਾਰ ਇੱਕ ਟਰਨਿੰਗ ਪੁਆਇੰਟ ਮੀਨਸ ਇੱਕ ਮੋੜ ਆ ਗਿਆ ਸੀ। Although we shared the same room my grandmother no longer came to school with me। ਸੋ ਖੁਸ਼ਵੰਤ ਸਿੰਘ ਦੱਸਦੇ ਹਨ ਹੁਣ ਸ਼ਹਿਰ ਵਾਲੇ ਸਕੂਲ ਵਿੱਚ ਉਸਦੇ ਗ੍ਰੈਂਡਮਦਰ ਉਸਦੇ ਨਾਲ ਨਹੀਂ ਜਾਂਦੇ ਭਾਵੇਂ ਕਿ ਉਹ ਇੱਕੋ ਰੂਮ ਦੇ ਵਿੱਚ ਰਹਿੰਦੇ ਸੀ। I used to go to an English school in a motor bus। ਤੇ ਹੁਣ ਖੁਸ਼ਵੰਤ ਸਿੰਘ ਆਪਣੇ ਸਕੂਲ ਨੂੰ ਸਕੂਲ ਬੱਸ ਵਿੱਚ ਜਾਂਦਾ ਸੀ। There were no dogs in the streets and she took to feeding sparrow in the courtyard to a city house। ਤੇ ਹੁਣ ਗਲੀ ਦੇ ਵਿੱਚ ਕੋਈ ਅਵਾਰਾ ਕੁੱਤੇ ਨਹੀਂ ਸਨ ਤੇ ਉਸਦੇ ਦਾਦੀ ਜੀ ਚਿੜੀਆਂ ਨੂੰ ਕੋਰਟਯਾਰਡ ਵਿੱਚ ਬੈਠ ਕੇ ਚਪਾਤੀਸ ਪਾਉਂਦੇ ਸਨ। As the years rolled by we saw less of each other। rolled by means passed by। ਜਿੱਦਾਂ ਹੀ ਸਮਾਂ ਬੀਤਦਾ ਗਿਆ ਅਸੀਂ ਇੱਕ ਦੂਸਰੇ ਨੂੰ ਬਹੁਤ ਘੱਟ ਮਿਲਦੇ ਸੀ। For some time she continued to walk me up and get me ready for school। ਤੇ ਕਈ ਵਾਰ ਉਸਦੇ ਦਾਦੀ ਜੀ ਉਸ ਨੂੰ ਸਕੂਲ ਲਈ ਤਿਆਰ ਕਰਦੇ ਸਨ ਤੇ ਉਠਾਉਂਦੇ ਵੀ ਸਨ। When I came back she would ask me what the teacher had taught me। ਸੋ ਜਦੋਂ ਖੁਸ਼ਵੰਤ ਸਿੰਘ ਸਕੂਲ ਤੋਂ ਵਾਪਸ ਆਉਂਦਾ ਸੀ ਤਾਂ ਉਸਦੇ ਗ੍ਰੈਂਡਮਦਰ ਪੁੱਛਦੇ ਸਨ ਕਿ ਉਸਨੇ ਅੱਜ ਕੀ ਪੜ੍ਹਿਆ। I would tell her English words and little things of Western science and learning the law of gravity। ਸੋ ਖੁਸ਼ਵੰਤ ਸਿੰਘ ਆਪਣੇ ਦਾਦੀ ਜੀ ਨੂੰ ਕੁਝ ਅੰਗਰੇਜ਼ੀ ਦੇ ਸ਼ਬਦ ਸਾਇੰਸ ਤੇ ਹੋਰ ਲਾਅ ਦੱਸਦੇ ਸਨ। Archimedes principle, the world being round, etc. like as the principle of Archimedes। This made her unhappy। ਸੋ ਇਹ ਸਭ ਚੀਜ਼ਾਂ ਉਹਨਾਂ ਨੂੰ ਨਾ ਖੁਸ਼ ਕਰਦੀਆਂ ਸਨ। ਉਸਦੇ ਗ੍ਰੈਂਡਮਦਰ ਖੁਸ਼ ਨਹੀਂ ਹੁੰਦੇ ਸੀ। She could not help me with my lessons ਕਿਉਂਕਿ ਉਹ ਉਸਦੀ ਪੜ੍ਹਾਈ ਵਿੱਚ ਉਸਦੀ ਕੋਈ ਵੀ ਸਹਾਇਤਾ ਨਹੀਂ ਕਰ ਪਾਉਂਦੇ ਸਨ। She did not believe in the things they taught at the English school and was distressed that they were not teaching about God and the scriptures। ਸੋ ਉਸਦੇ ਦਾਦੀ ਜੀ ਬਹੁਤ ਨਿਰਾਸ਼ ਹੁੰਦੇ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਕੂਲ ਵਿੱਚ ਪਰਮਾਤਮਾ ਦੇ ਬਾਰੇ ਜਾਂ ਧਾਰਮਿਕ ਕਿਤਾਬਾਂ ਬਾਰੇ ਕੁਝ ਵੀ ਨਹੀਂ ਦੱਸਿਆ ਜਾਂਦਾ। One day I announced that we were being given music lessons। ਸੋ ਇੱਕ ਦਿਨ ਖੁਸ਼ਵੰਤ ਸਿੰਘ ਨੇ ਆਪਣੇ ਦਾਦੀ ਜੀ ਨੂੰ ਦੱਸਿਆ ਕਿ ਅੱਜ ਉਹਨਾਂ ਨੂੰ ਗੀਤ ਸੰਗੀਤ ਸਿਖਾਇਆ ਗਿਆ ਹੈ। She was very disturbed ਤੇ ਉਹ ਇਹ ਸੁਣ ਕੇ ਬਹੁਤ ਨਿਰਾਸ਼ ਹੋਈ। To her musical lewd association, lewd means indecent। It was the monopoly। Monopoly means sole right or alone of heralds and beggars।
and not meant for the gentle folk. So ਖੁਸ਼ਵੰਤ ਸਿੰਘ ਦੇ ਦਾਦੀ ਜੀ ਨੂੰ ਲੱਗਦਾ ਸੀ ਕਿ ਮਿਊਜ਼ਿਕ ਸੰਗੀਤ ਇਹ ਸਿਰਫ ਹੈਰਲਟਸ ਮੀਨਸ ਬੇਸ਼ਵਾਵਾਂ ਜਾਂ ਭਿਖਾਰੀਆਂ ਦੇ ਲਈ ਹੈ, ਨਾ ਕਿ ਚੰਗੇ ਵਿਅਕਤੀਆਂ ਦੇ ਲਈ। She said nothing, but her silence meant disapproval. Disapproval means disagreement. ਉਹ ਕੁਛ ਨਹੀਂ ਕਹਿੰਦੇ ਸਨ, ਪਰ ਉਹਨਾਂ ਦੀ ਚੁੱਪੀ ਸਭ ਬਿਆਨ ਕਰ ਜਾਂਦੀ ਸੀ। She really talked to me after that. तो ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਨਾ ਬਹੁਤ ਘੱਟ ਕਰ ਦਿੱਤਾ। When I went up to university, I was given a room of my own. ਤੇ ਉਸ ਤੋਂ ਬਾਅਦ ਜਦੋਂ ਖੁਸ਼ਵੰਤ ਸਿੰਘ ਦੱਸਦੇ ਹਨ ਉਹ ਯੂਨੀਵਰਸਿਟੀ ਚਲੇ ਗਏ ਤਾਂ ਉਹਨਾਂ ਨੂੰ ਆਪਣਾ ਅਲੱਗ ਤੋਂ ਕਮਰਾ ਮਿਲ ਗਿਆ। The common link of friendship was snapped. Snapped means broken. So ਹੁਣ ਜੋ ਖੁਸ਼ਵੰਤ ਸਿੰਘ ਤੇ ਉਸਦੇ ਦਾਦੀ ਦੇ ਵਿਚਕਾਰ ਇੱਕ ਕਾਮਨ ਲਿੰਕ ਸੀ, ਉਹਨਾਂ ਦਾ ਇੱਕ ਕਾਮਨ ਰੂਮ ਜੋ ਸ਼ੇਅਰ ਕਰਦੇ ਸਨ ਇੱਕ ਦੂਸਰੇ ਨਾਲ, ਉਹ ਵੀ ਖਤਮ ਹੋ ਗਿਆ। Grandmother accepted her seclusion with resignation. Seclusion means loneliness. ਤੇ ਖੁਸ਼ਵੰਤ ਸਿੰਘ ਸਾਨੂੰ ਦੱਸਦੇ ਹਨ ਕਿ ਉਹਨਾਂ ਦੇ ਗ੍ਰੈਂਡਮਦਰ ਨੇ ਵੀ ਇਕੱਲੇ ਰਹਿਣਾ ਸਵੀਕਾਰ ਕਰ ਲਿਆ ਸੀ। She rarely left her spinning wheel to talk to anyone. Spinning wheel means ਚਰਖਾ। ਤੇ ਹੁਣ ਉਹਦੀ ਗ੍ਰੈਂਡਮਦਰ ਬਹੁਤ ਘੱਟ ਕਿਸੇ ਨਾਲ ਗੱਲਬਾਤ ਕਰਦੇ ਸਨ, ਉਹ ਆਪਣੇ ਚਰਖੇ ਦੇ ਉੱਪਰ ਹੀ ਕੱਤਦੇ ਰਹਿੰਦੇ ਸਨ। From sunrise to sunset, she sat by her wheel spinning and reciting prayers. ਹੁਣ ਖੁਸ਼ਵੰਤ ਸਿੰਘ ਦੇ ਗ੍ਰੈਂਡਮਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਰਖਾ ਕੱਤਦੇ ਤੇ ਪਾਠ ਕਰਦੇ ਰਹਿੰਦੇ ਸਨ। Only in the afternoon she relaxed for a while to feed the sparrows. ਤੇ ਸ਼ਾਮ ਦੇ ਸਮੇਂ ਉਹ ਕੁਝ ਟਾਈਮ ਆਰਾਮ ਦੇ ਨਾਲ ਸਪੈਰੋਸ ਮੀਨਸ ਚਿੜੀਆਂ ਨੂੰ ਰੋਟੀ ਜਾਂ ਬ੍ਰੈਡ ਪਾਉਂਦੇ ਸਨ। While she sat in the veranda breaking the bread into little bits, ਤੇ ਜਦੋਂ ਸ਼ਾਮ ਨੂੰ ਬਰਾਂਡੇ ਵਿੱਚ ਬੈਠ ਕੇ ਰੋਟੀ ਜਾਂ ਬ੍ਰੈਡ ਦੇ ਛੋਟੇ ਛੋਟੇ ਟੁਕੜੇ ਕਰਦੇ ਸਨ, hundreds of little birds collected around her creating a veritable bedlam of chirping. Veritable means real, bedlam means noisy confusion. ਸੋ ਜਦੋਂ ਵੀ ਗ੍ਰੈਂਡਮਦਰ ਬਰਾਂਡੇ ਦੇ ਵਿੱਚ ਬੈਠ ਕੇ ਪੰਛੀਆਂ ਦੇ ਲਈ ਬ੍ਰੈਡ ਜਾਂ ਰੋਟੀ ਦੇ ਛੋਟੇ ਟੁਕੜੇ ਕਰਦੇ ਸਨ ਤਾਂ ਉਹਨਾਂ ਦੇ ਦੁਆਲੇ ਕਾਫੀ ਪੰਛੀ ਇਕੱਠੇ ਹੋ ਜਾਂਦੇ ਸਨ ਤੇ ਜਿਹੜੇ ਬਹੁਤ ਹੀ ਜ਼ਿਆਦਾ ਚਹਿਚਹਾਉਂਦੇ ਸਨ। Some came and perched on her legs, other on her shoulders, some even sat on her head. ਸੋ ਪੰਛੀ ਹਮੇਸ਼ਾ perched means sat, ਉਹਨਾਂ ਦੀਆਂ ਲੱਤਾਂ ਦੇ ਉੱਪਰ, ਮੋਢਿਆਂ ਦੇ ਉੱਪਰ ਜਾਂ ਸਿਰ ਦੇ ਉੱਪਰ ਬੈਠ ਜਾਂਦੇ ਸਨ। She smiled but never shooed them away. Shooed them away means ਦੂਰ ਭਜਾਣਾ। ਗ੍ਰੈਂਡਮਦਰ ਸਿਰਫ ਸਮਾਈਲ ਕਰਦੇ ਸਨ, ਉਹ ਕਦੇ ਵੀ ਪੰਛੀਆਂ ਨੂੰ ਦੂਰ ਨਹੀਂ ਭਜਾਉਂਦੇ ਸਨ। It used to be the happiest half hour of the day for her. ਤੇ ਇਹ ਟਾਈਮ ਉਹਨਾਂ ਵਾਸਤੇ ਬਹੁਤ ਹੀ ਖੁਸ਼ਨੁਮਾ ਹੁੰਦਾ ਸੀ। When I decided to go abroad for further study, I was sure my grandmother would be upset. ਤੇ ਖੁਸ਼ਵੰਤ ਸਿੰਘ ਨੇ ਜਦੋਂ ਡਿਸਾਈਡ ਕੀਤਾ ਕਿ ਉਹ ਹੁਣ ਆਪਣੀ ਗਾਹਾਂ ਦੀ ਪੜ੍ਹਾਈ ਲਈ ਅਬਰੋਡ ਜਾਣਗੇ, ਬਾਹਰਲੇ ਦੇਸ਼ ਜਾ ਕੇ ਪੜ੍ਹਨਗੇ, ਤਾਂ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਗ੍ਰੈਂਡਮਦਰ ਹੋਰ ਵੀ ਜ਼ਿਆਦਾ ਅਪਸੈਟ ਹੋ ਜਾਣਗੇ। I would be away for 5 years ਕਿਉਂਕਿ ਉਹ 5 ਸਾਲਾਂ ਲਈ ਆਪਣੇ ਦਾਦੀ ਜੀ ਤੋਂ ਦੂਰ ਜਾ ਰਿਹਾ ਸੀ। And at her age one could never tell. ਤੇ ਇਹ ਉਮਰ ਵਿੱਚ ਕੋਈ ਕੁਝ ਵੀ ਨਹੀਂ ਦੱਸ ਸਕਦਾ। But my grandmother could. ਪਰ ਮੇਰੀ ਗ੍ਰੈਂਡਮਦਰ ਦੱਸ ਸਕਦੇ ਸਨ। She was not even sentimental. Sentimental means emotional. She came to leave me at the railway station but didn't talk or show any emotion. ਤਾਂ ਉਸਦੀ ਗ੍ਰੈਂਡਮਦਰ ਉਹਨਾਂ ਨੂੰ ਰੇਲਵੇ ਸਟੇਸ਼ਨ ਤੇ ਛੱਡਣ ਆਏ ਪਰ ਕੁਝ ਵੀ ਨਾ ਬੋਲੇ ਤੇ ਨਾ ਹੀ ਇਮੋਸ਼ਨਲ ਹੋਏ। Her lips moved in prayers, her mind was lost in prayer. ਉਹਨਾਂ ਦੇ ਬੁੱਲਾਂ ਦੇ ਉੱਪਰ ਸਿਰਫ ਪਾਠ ਚੱਲ ਰਿਹਾ ਸੀ ਤੇ ਉਹ ਪਾਠ ਵਿੱਚ ਹੀ ਮਸਤ ਸਨ। Her fingers were busy telling the beads of her rosary. ਉਹਨਾਂ ਦੀਆਂ ਉਂਗਲਾਂ ਮਾਲਾ ਫੇਰਨ ਵਿੱਚ ਬਿਜ਼ੀ ਸਨ। Silently, she kissed my forehead, and when I left, I cherished the most imprint as perhaps the last sign of physical contact between us. Cherished means held dear, most means sweat, imprint means sign. ਤੇ ਜਦੋਂ ਉਸਦੇ ਦਾਦੀ ਜੀ ਨੇ ਉਹਦੇ ਮੱਥੇ ਤੇ ਚੁੰਮਿਆ ਤਾਂ ਖੁਸ਼ਵੰਤ ਸਿੰਘ ਨੂੰ ਐਦਾਂ ਮਹਿਸੂਸ ਹੋਇਆ ਜਿਵੇਂ ਕਿ ਉਹਨਾਂ ਦਾ ਇਹ ਆਖਰੀ ਮੇਲ ਮਿਲਾਪ ਹੋਵੇ। But that was not so. After 5 years, I came back home and was met by her at the station.
ਪਰ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਜਦੋਂ ਉਹ 5 ਸਾਲ ਬਾਅਦ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਆਇਆ ਤਾਂ ਉਸਦੇ ਗ੍ਰੈਂਡਮਦਰ ਉਸਨੂੰ ਸਟੇਸ਼ਨ ਤੇ ਲੈਣ ਆਏ। ਸ਼ੀ ਡਿਡ ਨਾਟ ਲੁੱਕ ਅ ਡੇ 올ਡਰ, ਤੇ ਹੁਣ ਉਹ ਇੱਕ ਵੀ ਦਿਨ ਹੋਰ ਜ਼ਿਆਦਾ ਬੁੱਢੇ ਜਾਂ ਬਜ਼ੁਰਗ ਨਹੀਂ ਲੱਗ ਰਹੇ ਸਨ। She still had no time for words, and while she clasped me in her arms, I could hear her reciting her prayers. Clasped means held tightly. ਖੁਸ਼ਵੰਤ ਸਿੰਘ ਦੱਸਦੇ ਹਨ ਕਿ ਹੁਣ ਵੀ ਉਹਨਾਂ ਦੇ ਦਾਦੀ ਜੀ ਲਗਾਤਾਰ ਆਪਣਾ ਪਾਠ ਕਰ ਰਹੇ ਸਨ, ਤੇ ਜਦੋਂ ਉਹਨਾਂ ਨੇ ਖੁਸ਼ਵੰਤ ਨੂੰ ਆਪਣੀ ਗਲਵੱਕੜੀ ਵਿੱਚ ਲਿਆ ਤਾਂ ਖੁਸ਼ਵੰਤ ਉਹਨਾਂ ਦੁਆਰਾ ਪ੍ਰੇਅਰ ਦੇ ਜੋ ਸ਼ਬਦ ਦੁਹਰਾਏ ਜਾ ਰਹੇ ਸਨ ਉਹ ਚੰਗੀ ਤਰ੍ਹਾਂ ਉਹ ਸੁਣ ਸਕਦਾ ਸੀ। In the evening, a change came over her. She did not pray. She collected the women of the neighborhood, got an old drum and started to sing. ਸ਼ਾਮ ਦੇ ਸਮੇਂ ਦਾਦੀ ਜੀ ਦੇ ਵਿੱਚ ਕੁਝ ਬਦਲਾਵ ਆ ਚੁੱਕੇ ਸਨ। ਹੁਣ ਉਹਨਾਂ ਨੇ ਪ੍ਰੇ ਕਰਨ ਜਾਂ ਪਾਠ ਕਰਨ ਦੀ ਜਗ੍ਹਾ ਆਪਣੇ ਪੜੋਸ ਦੀਆਂ ਕੁਝ ਲੇਡੀਜ਼ ਨੂੰ ਲੈ ਕੇ ਇੱਕ ਡਰਮ ਨੂੰ ਬੀਟ ਕਰਨਾ ਮੀਨਸ ਢੋਲ ਵਜਾਣਾ ਤੇ ਗਾਣਾ ਸ਼ੁਰੂ ਕਰ ਦਿੱਤਾ। For several hours she thumbed the sagging. Thumbed means beat with hands. Sagging means hanging down. Skin of the dilapidated drum. ਤਾਂ ਹੁਣ ਉਹਨਾਂ ਨੇ ਇੱਕ ਫਟਿਆ ਪੁਰਾਣਾ ਢੋਲ ਨੂੰ ਵਜਾਣਾ ਸ਼ੁਰੂ ਕਰ ਦਿੱਤਾ। And sang of the homecoming of warriors. ਤੇ ਹੁਣ ਉਹ ਮਹਾਨ ਯੋਧਿਆਂ ਦੇ ਵਾਪਸੀ ਦੇ ਦੌਰਾਨ ਜੋ ਗੀਤ ਗਾਏ ਜਾਂਦੇ ਹਨ ਉਹ ਗਾਣੇ ਸ਼ੁਰੂ ਕਰ ਦਿੱਤੇ। We had to persuade her to stop to avoid overstaining. Persuade means convince. Overstaining means tiring herself. So ਖੁਸ਼ਵੰਤ ਸਿੰਘ ਸਾਨੂੰ ਦੱਸਦੇ ਹਨ ਕਿ ਉਹਨਾਂ ਨੇ ਆਪਣੇ ਦਾਦੀ ਜੀ ਨੂੰ ਅਜਿਹਾ ਕਰਨ ਤੋਂ ਰੋਕਿਆ। That was the first time since I had known her that she did not pray. ਤੇ ਖੁਸ਼ਵੰਤ ਸਿੰਘ ਦੱਸਦੇ ਹਨ ਉਹ ਜਦੋਂ ਤੋਂ ਆਪਣੇ ਦਾਦੀ ਜੀ ਨੂੰ ਜਾਣਦੇ ਹਨ ਉਦੋਂ ਤੋਂ ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਪਾਠ ਨਹੀਂ ਕੀਤਾ। The next morning she was taking ill. ਦੂਸਰੀ ਸਵੇਰ ਉਹ ਥੋੜੇ ਜਿਹੇ ਬਿਮਾਰ ਸਨ। It was a mild fever. Mild means light. ਉਹਨਾਂ ਨੂੰ ਥੋੜਾ ਜਿਹਾ ਬੁਖਾਰ ਸੀ। And the doctor told us that it would go. ਤੇ ਡਾਕਟਰ ਦੇ ਅਨੁਸਾਰ ਇਹ ਆਪਣੇ ਆਪ ਚਲਾ ਜਾਵੇਗਾ। But my grandmother thought differently. ਪਰ ਦਾਦੀ ਜੀ ਕੁਝ ਹੋਰ ਢੰਗ ਨਾਲ ਸੋਚ ਰਹੇ ਸਨ। She told us that her end was near. ਦਾਦੀ ਜੀ ਨੂੰ ਲੱਗ ਰਿਹਾ ਸੀ ਕਿ ਹੁਣ ਉਹਨਾਂ ਦਾ ਅੰਤ ਨੇੜੇ ਆ ਚੁੱਕਾ ਹੈ। She said that since only a few hours before the close of the last chapter of her life, she had omitted to pray. Omitted means forgotten. She was not going to waste any more time talking to us. So ਦਾਦੀ ਜੀ ਨੂੰ ਲੱਗ ਰਿਹਾ ਸੀ ਕਿ ਉਸਨੇ ਪਿਛਲੇ ਕੁਝ ਟਾਈਮ ਤੋਂ ਪ੍ਰੇ ਨਹੀਂ ਕੀਤੀ, ਪਾਠ ਨਹੀਂ ਕੀਤਾ, ਜਦੋਂ ਕਿ ਹੁਣ ਉਹਨਾਂ ਦਾ ਇਹ ਆਖਰੀ ਪਲ ਹੈ, ਉਹਨਾਂ ਦੀ ਜ਼ਿੰਦਗੀ ਦਾ ਆਖਰੀ ਟਾਈਮ ਹੈ ਤੇ ਹੁਣ ਉਹ ਜ਼ਿਆਦਾ ਟਾਈਮ ਸਾਡੇ ਨਾਲ ਗੱਲਬਾਤ ਕਰਨ ਵਿੱਚ ਫਜ਼ੂਲ ਨਹੀਂ ਕਰਨਾ ਚਾਹੁੰਦੇ। We protested. ਅਸੀਂ ਉਹਨਾਂ ਨੂੰ ਰੋਕਿਆ। But she ignored our protest. ਪਰ ਉਹਨਾਂ ਨੇ ਸਾਨੂੰ ਇਗਨੋਰ ਕੀਤਾ। She lay peacefully in bed praying and telling her beads. ਹੁਣ ਉਹ ਆਪਣੇ ਬੈੱਡ ਉੱਤੇ ਪੈ ਕੇ ਆਪਣੀ ਮਾਲਾ ਫੇਰਨੀ ਸ਼ੁਰੂ ਕਰ ਦਿੰਦੇ ਆ। Even before we could suspect means doubt or feel, her lips stopped moving. ਇਸ ਤੋਂ ਪਹਿਲਾਂ ਕਿ ਅਸੀਂ ਸਸਪੈਕਟ ਕਰਦੇ ਜਾਂ ਫੀਲ ਕਰਦੇ ਉਹਨਾਂ ਦੇ ਲਿਪਸ ਹਿੱਲਣੋਂ ਰੁਕ ਚੁੱਕੇ ਸਨ। And the rosary fell from her lifeless finger. ਤੇ ਉਹਨਾਂ ਦੇ ਹੱਥ ਵਿੱਚੋਂ ਮਾਲਾ ਨੀਚੇ ਡਿੱਗ ਚੁੱਕੀ ਸੀ। A peaceful pallor spread on her face. Pallor means becoming lifeless. ਤੇ ਹੁਣ ਉਹਨਾਂ ਦਾ ਫੇਸ ਵੀ ਲਾਈਫਲੈਸ ਬੇਜਾਨ ਹੋ ਚੁੱਕਾ ਸੀ। And we knew that she was dead. ਤੇ ਹੁਣ ਉਹ ਮਰ ਚੁੱਕੇ ਸਨ। We lifted her off the bed and, as is customary means according to customs, ਰੀਤੀ ਰਿਵਾਜ ਦੇ ਅਨੁਸਾਰ, laid her on the ground. ਅਸੀਂ ਉਹਨਾਂ ਨੂੰ ਮੰਜੇ ਤੋਂ ਥੱਲੇ ਉਤਾਰਿਆ ਤੇ ਫਰਸ਼ ਤੇ ਪਾ ਦਿੱਤਾ। And covered her with a red shroud. Red shroud means cloth used to cover dead body. Means ਕਫਨ। ਤੇ ਹੁਣ ਅਸੀਂ ਆਪਣੇ ਦਾਦੀ ਜੀ ਨੂੰ ਇੱਕ ਕਫਨ ਵਿੱਚ ਲਪੇਟ ਦਿੱਤਾ। After a few hours of mourning, we left her alone to make arrangements for her funeral. Funeral means burning the dead body. So ਖੁਸ਼ਵੰਤ ਸਿੰਘ ਦੱਸਦੇ ਹਨ ਕੁਝ ਟਾਈਮ ਬਾਅਦ ਅਸੀਂ ਉਹਨਾਂ ਦੇ ਫਿਊਨਰਲ ਦੀ ਤਿਆਰੀ ਕਰਨ ਵਿੱਚ ਲੱਗ ਗਏ।
In the evening, we went to her room with the crude stretcher to take her to be cremated. Crude stretcher means simple wooden frame to carry dead body. Cremated means burning the dead. ਇਸ ਤੋਂ ਬਾਅਦ ਖੁਸ਼ਵੰਤ ਸਿੰਘ ਇੱਕ ਸਟ੍ਰੈਚਰ ਨੂੰ ਲੈ ਕੇ ਆਪਣੇ ਦਾਦੀ ਜੀ ਦੇ ਰੂਮ ਵਿੱਚ ਗਏ ਤੇ ਉਹਨਾਂ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਣ ਦੀ ਤਿਆਰੀ ਵਿੱਚ ਲੱਗ ਗਏ। The sun was setting and had lit her room and veranda with a blaze of golden light. Blaze means glow. ਸੂਰਜ ਦੀ ਰੋਸ਼ਨੀ ਉਹਨਾਂ ਦੇ ਕਮਰੇ ਤੇ ਬਰਾਂਡੇ ਨੂੰ ਹਜੇ ਵੀ ਇੱਕ ਗੋਲਡਨ ਲਾਈਟ ਦੇ ਰਹੀ ਸੀ। We stopped halfway in the courtyard, all over the veranda and in her room, right up to where she lay dead and stiff wrapped in the red shroud. Thousands of sparrows sat scattered on the floor. Stiff means hard, wrapped means covered with, laying scattered means laying here and there. ਜਿੱਥੇ ਖੁਸ਼ਵੰਤ ਸਿੰਘ ਦੇ ਗ੍ਰੈਂਡਮਦਰ ਦੀ ਡੈਡ ਬੋਡੀ ਪਈ ਸੀ ਉਸਦੇ ਆਲੇ ਦੁਆਲੇ ਹਜ਼ਾਰਾਂ ਦੀ ਗਿਣਤੀ ਵਿੱਚ ਚਿੜੀਆਂ ਆ ਕੇ ਬੈਠ ਗਈਆਂ। There was no chirping, ਤੇ ਉਹ ਬਹੁਤ ਹੀ ਸ਼ਾਂਤ ਤੇ ਚੁੱਪ ਸਨ। We felt sorry for the birds and my mother fetched means brought some bread for them. She broke it into little crumbs as the way my grandmother used to. ਖੁਸ਼ਵੰਤ ਸਿੰਘ ਦੇ ਮਾਤਾ ਜੀ ਨੇ ਚਿੜੀਆਂ ਦੇ ਵਾਸਤੇ ਬ੍ਰੈਡ ਦੇ ਕੁਝ ਟੁਕੜੇ ਕੀਤੇ ਜਿੱਦਾਂ ਕਿ ਗ੍ਰੈਂਡਮਦਰ ਕਰਦੇ ਸਨ and threw it to them, ਤੇ ਉਹਨਾਂ ਨੂੰ ਪਾ ਦਿੱਤੇ। The sparrows took no notice of the bread, ਪਰ ਚਿੜੀਆਂ ਨੇ ਉਸ ਬ੍ਰੈਡ ਕਣੀ ਕੋਈ ਧਿਆਨ ਨਾ ਦਿੱਤਾ। When we carried my grandmother's corpse off, corpse means dead body, they flew away quietly. ਜਿੱਦਾਂ ਹੀ ਖੁਸ਼ਵੰਤ ਸਿੰਘ ਦੇ ਗ੍ਰੈਂਡਮਦਰ ਨੂੰ ਉਹਦੀ ਡੈਡ ਬੋਡੀ ਨੂੰ ਸ਼ਮਸ਼ਾਨ ਘਾਟ ਲਈ ਲਿਜਾਇਆ ਗਿਆ ਤਾਂ ਸਭ ਪੰਛੀ ਬਹੁਤ ਸ਼ਾਂਤੀ ਨਾਲ ਉੱਡ ਗਏ। Next morning, the sweeper swept the bread crumbs into the dustbin. ਤੇ ਦੂਸਰੀ ਸਵੇਰ ਸਵੀਪਰ ਝਾੜੂ ਮਾਰਨ ਵਾਲੇ ਨੇ ਜਿਹੜੇ ਬ੍ਰੈਡ ਦੇ ਟੁਕੜੇ ਸਨ ਉਹ ਡਸਟਬਿਨ ਵਿੱਚ ਪਾ ਦਿੱਤੇ। Now it's the end of the chapter, the portrait of a lady. I hope so you may understand. Thanks and have a nice day.